ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ। ਔਰ ਇਨਸਾਨ ਦੇ ਹੌਸਲਿਆਂ ਦੀ ਗੱਲ ਕਰ ਲੈਂਦੇ ਹਾਂ। ਹੌਸਲੇ ਅਗਰ ਮਜ਼ਬੂਤ ਹੋਣ ਤੇ ਮੁਸ਼ਕਿਲ ਭਾਵੇਂ ਕਿੰਨੀ ਕੁ ਵੀ ਵੱਡੀ ਹੋਏ, ਇਨਸਾਨ ਉਸ ਮੁਸ਼ਕਿਲ ਨੂੰ ਪਾਰ ਕਰ ਲੈਂਦਾ ਹੈ। ਅੱਜ ਸਾਡੇ ਨਾਲ ਜਿਹੜੇ ਦੋ ਚਿਹਰੇ ਨੇ ਉਹ ਤੁਹਾਨੂੰ ਵਿਖਾਵਾਂਗੇ। ਉਹਨਾਂ ਦੀ ਜਿਹੜੀ ਹਿਸਟਰੀ ਹੈ, ਉਹਨਾਂ ਦਾ ਜਿਹੜਾ ਸਫ਼ਰ ਹੈ, ਉਸ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਕਿੰਨੀ ਮੁਸ਼ਕਿਲਾਂ ਇਹਨਾਂ ਦੇ ਜੀਵਨ ਦੇ ਵਿੱਚ ਆਈ, ਲੇਕਿਨ ਫਿਰ ਵੀ ਆਪਣਾ ਜਿਹੜਾ ਇਹਨਾਂ ਨੇ ਇੱਕ ਲਕਸ਼ ਲਿੱਤਾ ਸੀ ਉਸ ਨੂੰ ਪਾਰ ਕਰਨ ਦੇ ਵਿੱਚ ਕਾਮਯਾਬ ਹੋਏ ਨੇ। ਹਾਲਾਂਕਿ ਇੱਕ ਲਕਸ਼ ਜਦੋਂ ਪੂਰਾ ਹੋ ਜਾਂਦਾ ਹੈ ਤਾਂ ਦੂਜਾ ਨਾਲ ਹੀ ਖੜਾ ਹੋ ਜਾਂਦਾ ਹੈ। ਦੂਜੇ ਲਕਸ਼ ਨੂੰ ਪਹਿਲਾਂ ਹੀ ਤਿਆਰ ਕਰ ਲਿੱਤਾ ਜਾਂਦਾ ਹੈ ਕਿ ਆਹ ਲਕਸ਼ ਵੀ ਪਾਰ ਹੋਣਾ ਹੈ। ਲੇਕਿਨ ਪਹਿਲੇ ਵਾਲਾ ਜਿਹੜਾ ਸਫ਼ਰ ਰਿਹਾ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ। ਲੇਕਿਨ ਪਹਿਲਾਂ ਗੱਲ ਕਰਾਂਗੇ ਇਸ ਲਕਸ਼ ਦੇ ਵਿੱਚ ਜਿਹੜੇ ਸਹਿਯੋਗੀ ਰਹੇ ਨੇ। ਨੇਪਾਲ ਦਾ ਉਹ ਸ਼ਖਸ ਜਿਹੜਾ ਵੱਡੀ ਵੱਡੀ ਪਹਾੜੀਆਂ ਚੜ੍ਹਦਾ ਹੈ, ਜਿਹੜਾ ਪਰਵਤਾਰੋਹੀਆਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ ਅਤੇ ਉੱਥੇ ਉਹਨਾਂ ਦਾ ਲਕਸ਼ ਜਿਹੜਾ ਉਹ ਪਾਰ ਕਰਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਦਾ ਹੈ। ਵੈਲਕਮ ਹੈ ਜੀ ਤੁਹਾਡਾ दैनिक सवेरा टीवी। थैंक यू सर। किस तरह का रहा सफ़र? अगर इस सफ़र की बात करें या फिर ओवरऑल आप जिस तरह से पर्वतारोहियों को लेकर जाते हैं, बड़ी बड़ी पहाड़ियों पर चढ़ते हैं, किस तरह से रहता है ओवरऑल सफ़र? और अगर कोई शुरुआत करना चाहे, क्योंकि आजकल नई फील्ड की शुरुआत होती है, तो ऐसे में उसको किस तरह की एहतियात बरतनी चाहिए, थोड़ा इसके बारे में बताएं। जो नया लोग पार जाना चाहेंगे उसको थोड़ा ट्रेनिंग का इम्पोर्टेंट है। मतलब ट्रेनिंग बहुत ज़रूरी है। कुछ पहाड़ चढ़ने से पहले ट्रेनिंग इम्पोर्टेंट है, स्कूल टाइप का है ना। मतलब जैसे आपको पढ़ना नहीं आता तो पहले स्कूल में जाएगा, पढ़ने से थोड़ा नॉलेज आएगा। इसी टाइप का पहाड़ में भी ट्रेनिंग का बहुत इम्पोर्टेंट है। तो जिसको ट्रेनिंग नहीं है, छोटा छोटा पहाड़ डायरेक्ट ये लेह लद्दाख और उत्तराखंड में कभी कोई कुछ लोग जाता है ऐसे, जैसे कहने का मतलब ट्रेनिंग नहीं है, विदाउट ट्रेनिंग का, तो उससे लोग को ज़्यादा प्रॉब्लम आ जाता है कि पहाड़ को कोई नॉलेज नहीं है। मतलब कितने साल से आप पहाड़ों में हैं? कितने साल से आप लोगों को पहाड़ों का सफ़र करवा रहे हैं? मैं पहाड़ 2000 साल से स्टार्ट किया। मैं 15 साल का था। माउंट कामिट किया था मेरा फर्स्ट लाइफ का, तो मैं उस टाइम 15 साल का था। कितनी पहाड़ियों पर जा चुके हैं? पहाड़ी इंडिया में तो उत्तराखंड और लेह लद्दाख, ये उधर नुब्रा वैली साइड में 45 डिफरेंट माउंटेन क्या बोलते हैं 7000 का सारे कर चुका है। मतलब बहुत 45 से ऊपर। तो छोटी छोटी 6000 का तो काफ़ी है, मतलब 100 से ऊपर है। मतलब काम ही यही हमारा है। दिक्कतें कैसी आती? दिक्कत तो हम लोग को तो काम ही ये है। हमको भी दिक्कत तो होता है, लेकिन हम सब एक ही है। लेकिन दिक्कत किस तरह की दिक्कतें? हम लोग का जैसे कहने का मतलब कुछ ये जो मैंने कहा ना पहला, जिसको ट्रेनिंग नहीं आता है उसको थोड़ा संभालना मुश्किल होता है। जैसे परफेक्ट ट्रेनिंग करके छोटे छोटे पार चढ़ के, और पहले ट्रेनिंग फर्स्ट ट्रेनिंग, उसके बाद सेकंड, और आपको छोटी छोटी पार चढ़ के जो उसका नॉलेज अच्छा बढ़ते जाएगा, उसके साथ काम करना थोड़ा अलग डिफरेंट मज़ा आता है। मतलब उसको सिखाने का ज़रूरत नहीं होता है, क्योंकि पहले से सीख के आ जाता है, तो उसको हम लोग का आसान होता है मतलब उनका साथ चलने के लिए। ਬਿਲਕੁਲ। ਦੇਖੋ, ਸਿੱਧੇ ਤੌਰ 'ਤੇ ਜਿਸ ਢੰਗ ਦੇ ਨਾਲ ਇਹ ਦੱਸ ਰਹੇ ਨੇ ਕਿ ਟ੍ਰੇਨਿੰਗ ਜਿਨ੍ਹਾਂ ਨੂੰ ਪਹਿਲਾਂ ਕੀਤੀ ਹੋਏ ਉਹਨਾਂ ਲਈ ਦਿੱਕਤ ਨਹੀਂ ਹੁੰਦੀ, ਲੇਕਿਨ ਜਿਹੜੇ ਨਵੇਂ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਦਿੱਕਤ ਕਾਫੀ ਆਉਂਦੀ ਹੈ। ਔਰ ਉਨੀ ਦਿੱਕਤਾਂ ਦਾ ਆ ਪਹਾੜਾਂ ਦੇ ਵਿੱਚ ਹੱਲ ਕਰਦੇ ਨਜ਼ਰ ਆਉਂਦੇ ਨੇ। ਹੁਣ ਤੁਹਾਨੂੰ ਉਸ ਚਿਹਰੇ ਨਾਲ ਰੂਬਰੂ ਕਰਾਉਂਦੇ ਆ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਹੈ। ਕਿਉਂਕਿ ਆਹ ਚਿਹਰਾ ਇਸ ਕਰਕੇ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਇਸਨੇ ਇੱਕ ਵੱਡਾ ਰਿਕਾਰਡ ਬਣਾਇਆ। ਏਸ਼ੀਆ ਦੀ ਪਹਿਲੀ ਉਹ ਮਹਿਲਾ ਜਿਹੜੀ 1 ਮਹੀਨੇ ਦੇ ਅੰਦਰ ਅੰਦਰ 8000 ਮੀਟਰ ਦੀ 5 ਪਹਾੜੀਆਂ ਚੜ੍ਹ ਕੇ ਅੱਜ ਸਕਸੈਸ ਕਰਦੀ ਹੋਈ ਨਜ਼ਰ ਆਈ ਹੈ। ਲੇਕਿਨ ਸਫ਼ਰ ਬੜਾ ਮੁਸ਼ਕਿਲ ਸੀ। ਜਦੋਂ ਇਹਨਾਂ ਨੇ ਸ਼ੁਰੂਆਤ ਕੀਤੀ ਕਈ ਮੁਸ਼ਕਿਲਾਂ ਇਹਨਾਂ ਦੇ ਸਾਹਮਣੇ ਵੀ ਆਈਆਂ। 1-2 ਵਾਰ ਪਹਿਲਾਂ ਵੀ ਟਰਾਈ ਕੀਤਾ ਲੇਕਿਨ ਸਫਲ ਨਹੀਂ ਹੋਈ। ਲੇਕਿਨ ਹੁਣ ਸਫਲ ਹੋ ਕੇ ਸਾਡੇ ਨਾਲ ਨੇ ਗੱਲਬਾਤ ਕਰਨਾ। ਕਾਫੀ ਮੁਸ਼ਕਿਲ ਭਰਾ ਸਫ਼ਰ ਰਿਹਾ ਹੁਣ ਤੱਕ ਦਾ। ਜੇਕਰ ਓਵਰਆਲ ਗੱਲ ਕਰੀਏ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਔਰ ਇਸੀ ਫੀਲਡ ਦੇ ਵਿੱਚ ਆਉਣ ਦੀ ਕਿੱਥੋਂ ਸੁਝੀ? ਕਿਉਂਕਿ ਸੋਲਨ ਵਰਗੇ ਸ਼ਹਿਰ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਲੋਕ ਨਹੀਂ ਸੋਚਦੇ ਕਿ ਹਾਂ ਇਹ ਵੀ ਫੀਲਡ ਹੋ ਸਕਦੀ ਹੈ। ਤੁਸੀਂ ਬਤੌਰ ਕੁੜੀ ਹੋਣ ਦੇ ਨਾਤੇ ਆ ਫੀਲਡ ਚੁਣੀ ਔਰ ਅੱਜ ਸਕਸੈਸ ਕਰਕੇ ਇੱਥੇ ਬੈਠੇ ਵੀ ਹੋ। ਕੀ ਕਹਿਣਾ ਚਾਹੋਗੇ ਆਪਣੇ ਪੂਰੇ ਸਫ਼ਰ ਨੂੰ ਲੈ ਕੇ? सफ़र मुश्किल ज़रूर था और ठीक है, मतलब होंदा भी सभी नाल ही होंदा है। और पर मेरे नाल ये था कि मेरे को ना ही कोई सपोर्ट सी और ना ही कोई गाइडलाइन, कोई मतलब गाइडेंस थी कि कोई मैनू गाइड करे, ना ही कोई कोच है, ना कोई भी नहीं हैगा। पर फिर भी मैं सोचा सी कि मैं करना सी। और ये करने का जिहड़ा मेरा
मेरा ठान लिता सी मैं जो इरादा कि मैं करना यही है। तो ये 2016 के बाद मैं कितना सी, क्योंकि 2016 चो एक एक्सपीडिशन गया सी, एनसीसी एक्सपीडिशन, और पूरे इंडिया तो 100 कुड़ियां दा सिलेक्शन होया। फिर उन्होंने छंटाई की, फिर लास्ट विच 10 कुड़ियां दा उन्होंने टीम बनाई सी। तो उस टीम विच मैं भी सी और मैं क्लाइंब किया सी एवरेस्ट, और 9 कुड़ियां ਦਾ ਜਿਹੜਾ ਮੇਰੇ ਨਾਲ ਹੀ ਸੀ ਉਹਨਾਂ ਸਭ ਦਾ ਸਬਮਿਟ ਹੋ ਗਿਆ। ਕੱਲੀ ਮੈਂ ਸੀ ਕਿ ਜਿਹਨਾਂ ਦਾ ਸਬਮਿਟ ਨਹੀਂ ਹੋਇਆ। ਮੇਰਾ ਸਬਮਿਟ ਇਸ ਕਰਕੇ ਨਹੀਂ ਹੋਇਆ ਕਿ ਮੇਰਾ ਆਕਸੀਜਨ ਮਾਸਕ ਖਰਾਬ ਸੀ, ਔਰ ਫਿਰ ਮੈਨੂੰ ਆਕਸੀਜਨ ਲੱਭਿਆ ਨਹੀਂ ਕਿੱਥੇ, ਫਿਰ ਮੈਂ ਮੁੜ ਗਈ ਉੱਥੇ ਦੇ। ਤਾਂ 300 ਮੀਟਰ ਉਸ ਟਾਈਮ ਮੇਰਾ ਐਵਰੈਸਟ ਰਹਿ ਗਿਆ ਸੀ ਸਬਮਿਟ ਕਰਨੇ ਤੋਂ। ਉਸ ਦੇ ਬਾਅਦ ਮੈਂ ਤਾਂ ਹਾਰੀ ਵੀ ਪਹਿਲੀ, ਤਾਂ ਮੈਂ ਕੀ ਕਰ ਸਕਦੀ ਨਹੀਂ, ਮੇਰੇ ਕੋਲ ਕੁਝ ਰਾਸਤਾ ਵੀ ਨਹੀਂ, ਮੈਨੂੰ ਸੁੱਝ ਨਹੀਂ ਰਿਹਾ। ਸੋ ਮੈਂ ਬਹੁਤ ਲੋਕੀ ਨਹੀਂ ਮੈਂ ਮੈਸੇਜ ਕਰਦੀ ਨਹੀਂ ਕਿ ਪਲੀਜ਼ ਮੇਰੀ ਹੈਲਪ ਕਰੋ। ਬੜੇ ਲੋਕ, ਬੜੇ ਸਟਾਰਾਂ ਨੂੰ ਕਰਦੀ ਨਹੀਂ, ਸਭ ਨੂੰ ਕਰਦੀ ਨਹੀਂ ਮੈਂ। ਕਿਹਾ ਜਾਂਦਾ ਕਿ ਫੀਲਡ ਸਭ ਤੋਂ ਜ਼ਿਆਦਾ ਕੋਸਟਲੀ ਹੈ, ਇਸ ਦੇ ਵਿੱਚ ਖਰਚਾ ਵੀ ਜ਼ਿਆਦਾ ਹੁੰਦਾ ਔਰ ਸਪਾਂਸਰ ਵੀ ਚਾਹੀਦੇ ਹੁੰਦੇ ਨੇ, ਸਪਾਂਸਰਾਂ ਤੋਂ ਬਿਨਾਂ ਲਕਸ਼ ਨਹੀਂ ਮਿਲਦਾ। ਬਿਲਕੁਲ ਜੀ, ਇਹੋ ਜਿਹਾ ਹੀ ਹੋ ਰਿਹਾ ਸੀ। ਤਾਂ ਮੈਂ ਕੋਸ਼ਿਸ਼ ਕਰ ਰਹੀ ਥੀ ਕਿ ਮੈਂ ਸਪਾਂਸਰ ਮੈਨੂੰ ਮਿਲੇ, ਮੇਰਾ ਕੋਈ ਕੰਟੈਕਟ ਮਿਲੇ, ਕੁਛ ਤਾਂ ਹੋਵੇ, ਪਰ ਕੁਛ ਨਹੀਂ ਹੋਇਆ। ਪਰ ਫਿਰ ਬੇਸ਼ੱਕ ਮੈਨੂੰ ਉਸ ਟਾਈਮ 'ਚ ਕੋਈ ਵੀ ਕੰਟੈਕਟ ਨਹੀਂ ਮਿਲਿਆ ਇਹੋ ਜਿਹਾ ਕਰਕੇ, ਪਰ ਮੈਂ ਛੱਡੀ ਨਹੀਂ ਮਿਹਨਤ ਕਰਨੀ। ਮੈਂ ਰਨਿੰਗ ਆਪਣੀ ਜਿਹੜੀ ਰਹੀ, ਮੈਂ ਸਟਰੈਂਥ ਟ੍ਰੇਨਿੰਗ, ਐਡਵਾਂਸ ਕੋਰਸ ਕੀਤਾ ਮੈਂ, ਫਿਰ ਸਕੀ ਕੋਰਸਿਸ ਕੀਤੇ ਮੈਂ, ਔਰ ਫਿਰ ਮੈਂ ਜੋਬ ਨੂੰ ਵੀ ਅਪਲਾਈ ਕੀਤਾ ਸੀ। ਮੈਂ ਆਰਮੀ 'ਚ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਤਰ੍ਹਾਂ ਦੀ ਜੋਬ ਵੀ ਕੀਤੀ, ਟਰੈਕ ਲੀਡ ਕੀਤੇ, ਐਕਸਪੀਡੀਸ਼ਨ ਲੀਡ ਕੀਤੇ, ਬੱਚਿਆਂ ਨੂੰ ਟ੍ਰੇਨਿੰਗ ਵੀ ਦਿੱਤੀ, ਬੱਚਿਆਂ ਨੂੰ ਡਾਂਸ ਵੀ ਸਿਖਾ ਦਿੱਤਾ। ਮਤਲਬ ਬਹੁਤ ਕੁਛ ਮੈਂ ਇਸ ਜਰਨੀ ਵਿੱਚ ਆਪਣੇ ਸਿੱਖਿਆ ਸੀ। ਪਰ ਫਿਰ ਵੀ ਮੈਨੂੰ ਨਾ ਸੈਟਿਸਫੈਕਸ਼ਨ ਨਹੀਂ ਹੋ ਰਿਹਾ ਸੀ ਕਿ ਮੈਂ ਕੀ ਕਰ ਰਹੀ ਸੀ ਮੈਂ ਇਹ। ਤਾਂ ਫਿਰ ਇੱਕ ਵਾਰ ਫਿਰ ਮੈਨੂੰ ਮੌਕਾ ਮਿਲਿਆ ਸੀ, ਘੁੰਮ ਫਿਰ ਕੇ ਮੌਕਾ ਆਇਆ ਮੇਰੇ ਕੋਲ। ਇੰਡੀਅਨ ਮਾਊਂਟੇਨਿੰਗ ਫਾਊਂਡੇਸ਼ਨ ਉਹਨਾਂ ਨੇ ਇੱਕ ਐਕਸਪੀਡੀਸ਼ਨ ਆਰਗੇਨਾਈਜ਼ ਕੀਤਾ 2021 में ਲਾਸਟ ਈਅਰ ਹੀ। ਉਹਦੇ ਵਿੱਚ ਮੇਰਾ ਸਿਲੈਕਸ਼ਨ ਮਾਊਂਟ ਪਮੂਰੀ ਲਈ ਹੋਇਆ। ਫਿਰ ਅਗੇਨ ਮੈਂ ਮਾਊਂਟ ਪਮੂਰੀ ਕਲਾਈਮ ਕੀਤਾ। ਫਿਰ ਮੈਂ ਇੱਕ ਰਿਕਾਰਡ ਸੈੱਟ ਹੋਇਆ ਕਿ ਫਸਟ ਇੰਡੀਅਨ ਲੇਡੀ ਹੂ ਕਲਾਈਮ ਮਾਊਂਟ ਪਮੂਰੀ। ਸੋ ਮੇਰਾ ਨਾਮ ਅੱਗੇ ਆ ਗਿਆ। ਫਿਰ ਮੈਨੂੰ ਕਿਤਾਬ ਮਿਲਿਆ, ਫਿਰ ਇੱਕ ਨਾ ਪਹਿਚਾਣ ਹੋਣੇ ਲੱਗੀ। ਫਿਰ ਮੈਨੂੰ ਲੱਗਿਆ ਕਿ ਚਲੋ ਮੈਨੂੰ ਲੋਕ ਅਬ ਰਿਕੋਗਨਾਈਜ਼ ਕਰਾਂਗੇ, ਪਰ ਫਿਰ ਵੀ ਕੁਛ ਨਹੀਂ, ਇਤਨਾ ਜ਼ਿਆਦਾ ਇਫੈਕਟ ਨਹੀਂ ਹੋਇਆ। ਫਿਰ ਮਾਊਂਟ ਧੌਲਾਗਿਰੀ ਕਲਾਈਮ ਕੀਤਾ। ਮਾਊਂਟ ਧੌਲਾਗਿਰੀ ਵਿੱਚ ਵੀ ਫਸਟ ਇੰਡੀਅਨ ਫੀਮੇਲ ਬਣੀ। फिर मैं सोचा कि अब कुछ होर करते हैं, पर थोड़ा बड़ा करते हैं। तो धीरे धीरे मेरे स्पॉन्सर भी इकट्ठे होने लगे। अब इन्होंने मेरा स्पॉन्सर किया, धौलागिरी स्पॉन्सर था, फुली स्पॉन्सर। तो मेरे लोकल स्पॉन्सर आगे आए ने, उन्होंने पता चला कि ये कुड़ी यह जे करती ने, तो उन्होंने मैंने सपोर्ट किया। तो फिर धीरे धीरे करके मैं उन्होंने कहा कि मेरा एक प्रोजेक्ट हैगा और मैं क्लाइंब करना है कि बैक टू बैक क्लाइंब करना मैं 8000। तो बजट कम से कम मतलब 80-90 लाख के ऊपर जा रहे हैं। तो फिर मेरे स्पॉन्सर के इन्ना तो होना नहीं है, तो तुम एक काम करो, तुम गुड़गांव जाओ, उत्थे जाके तुम सर्च करो, उत्थे मिल जाऊगा थानू। तो मैं शिफ्ट किया सैप्टेंबर तो लास्ट ही मैं शिफ्ट किया, अक्टूबर तो मैं भी अक्टूबर तो मैं शिफ्ट किया उत्थे गुड़गांव। फिर मैं ट्रेनिंग भी साथी रखी और फिर मैं स्पॉन्सर भी सर्च करती रही, पर मेरे को कोई कॉन्टैक्ट ही नहीं है, तो मैं सर्च की करा। पर जो मेरा सोशल मीडिया हो गया, मैं उन्होंने पोस्ट करना शुरू किया, या फिर कि जी भी मैनू कोई कंपनी का मेल मिल जाए मैं उन्होंने डायरेक्ट मेल कर देना है। कुछ भी मैं सोचना भी नहीं है कि केड़ी कंपनी है केड़ी नहीं है, मैं बस कर देना है, कुछ भी हो जाए। तो यह जी मेरी लाइफ का रहा सफ़र। और फिर फाइनली यह जे करके धीरे धीरे कॉन्टैक्ट करते धीरे धीरे मेरे स्पॉन्सर बने बाहर च, मैंने सपोर्ट करने लिया गया है, क्राउड फंडिंग की, पर फिर भी वो अमाउंट नहीं जुड़िया। तो फिर मैं एजेंसी ने कहता, जो नेपाल की एजेंसी है कि यह जहा हैगी सी, तो उन्होंने कहा सी कोई नहीं असी तुहाडा साथ देवांगे। तो नेपाल एजेंसी, मेरे शेरपा और मेरे जो जिन्ने भी मेरे स्पॉन्सर रहे, जो छोटे स्पॉन्सर है बड़े स्पॉन्सर जोड़े भी रहे, उन्हें सभी की सपोर्ट लगी, मैं फिर ही सब कुछ किया। ईवन मैंने तुहानू मैं दसना चाहूँगी कि कैनेडा तो मैनू जानते भी नहीं, मैंने कभी वेख्या भी नहीं उन्होंने लोगों ने। फिर इन्होंने एक वीडियो कॉल किया मैनू वेखने लिए कि है भी कि नहीं। तो उन्होंने फिर उन्होंने ठीक है, तो उन्होंने मेरे लिए क्राउड फंडिंग की। तो एक संजीव सर हैगे ने और देव सर हैगे ने, मतलब ਸਾਰੇ ਲੋਕਾਂ ਦੀ ਮਦਦ ਨਾਲ ਜਿਹੜਾ ਮਦਦ ਕਰਦੇ ਹਾਂ ਤੁਹਾਡਾ ਪੂਰਾ ਹੋਇਆ। ਲੇਕਿਨ ਓਵਰਆਲ ਜਦੋਂ ਤੁਸੀਂ ਇਸ ਫੀਲਡ ਦੇ ਵਿੱਚ ਆਏ, ਮਾਪਿਆਂ ਨੂੰ ਪਤਾ ਸੀ ਕਿਸ ਤਰ੍ਹਾਂ ਦੀ ਫੀਲਡ ਹੈ, ਕਿੰਨਾ ਕੁ ਜੋਖਿਮ ਹੈ ਇਸ ਫੀਲਡ ਦੇ ਵਿੱਚ? देखो मेरे माता पिता बड़े शरीफ ने, और मेरी माता जी पढ़े लिखे नहीं इन्ना, और मेरे पिता जी पढ़े लिखे ने, पर इन्ना भी उन्होंने ज्ञान नहीं है इस फील्ड का। तो जब मैंने पहला स्टार्ट किया तो मैंने उन्होंने कहा सी कि बड़े बड़े पहाड़ होंगे ने और बहुत ज़्यादा स्नो होंगे ने, बर्फ़ होंगे ने मम्मी जी उत्थे जाके। एक तो ना बर्फ़ का चाव मैंने बचपन से था, क्योंकि मेरे जड़ा मेरा पिंड है उत्थे बर्फ़ गिरती नहीं।
ਫਿਰ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਕਿਹਾ ਮੰਮੀ ਜੀ ਇੱਥੇ ਬਰਫ਼ ਕਿਉਂ ਨਹੀਂ ਗਿਰਦੀ, ਤੇ ਮੇਰੀ ਮਾਤਾ ਜੀ ਹਮੇਸ਼ਾ ਕਹਿੰਦੇ ਕਿ ਉੱਚੇ ਉੱਚੇ ਪਹਾੜਾਂ ਵਿੱਚ ਗਿਰਦੀ ਆ ਬਰਫ਼, ਜਿਹੜਾ ਸ਼ਿਮਲਾ ਹੋ ਗਿਆ, ਮੈਂ ਤੈਨੂੰ ਸ਼ਿਮਲਾ ਲੈ ਕੇ ਜਾਵਾਂਗੀ। ਮੈਂ ਜਦ ਵੀ ਸ਼ਿਮਲਾ ਜਾਵਾਂ ਬਰਫ਼ ਪੈਂਦੀ ਨਹੀਂ, ਮੈਨੂੰ ਗੁੱਸਾ ਆ ਜਾਂਦਾ। ਮੈंने ਕਿਹਾ ਸੀ ਕਿ ਮੈਨੂੰ ਨਹੀਂ ਪਤਾ ਪਰ ਮੈਂ ਬਰਫ਼ ਦੇਖਣੀ ਆ। ਤਾਂ ਉਹ ਜੋ ਮੈਨੂੰ ਸੁਪਨਾ ਬਰਫ਼ ਦੇਖਣੇ ਦਾ ਥਾ, ਤਾਂ ਉਹ ਮੇਰਾ ਪੂਰਾ ਮਾਊਂਟੇਨੀਅਰਿੰਗ। अब ਮੈਨੂੰ ਬਰਫ਼ ਹੀ ਨਹੀਂ ਪਸੰਦ ਹੈ, ਮੈਂ ਕੀ ਕਰਾਂ? ਮੈਨੂੰ ਪਹਾੜ ਤੇ ਪਿਆਰ ਹੀ ਇੰਨਾ ਹੋ ਗਿਆ, ਮੈਂ ਕੁਝ ਕਰ ਨਹੀਂ ਸਕਦੀ। ਜਿਹੜੇ ਪਹਾੜਾਂ ਦੀ ਚੜ੍ਹਾਈ ਕਰ ਰਹੇ ਹੋ ਉੱਥੇ ਬਰਫ਼ ਇੰਨੀ ਹੈ ਕਿ ਇਹ ਸੋਚਿਆ ਜਾਂਦਾ ਕਿ ਆ ਬਰਫ਼ ਮੁੱਕ ਜੇ ਤਾਂ ਕਿ ਰਾਹ ਜਿਹੜੀ ਹੈ ਉਹ ਸੁਖਾਲੀ ਹੋ ਜੇ। नहीं नहीं बिल्कुल भी नहीं, क्योंकि मुझे लगता है कि मॉरन से चढ़ना बहुत मुश्किल है, बर्फ़ से चलना फिर भी ईजी है। तो मेरे लिए ईजी है। तो और ਮੁਸ਼ਕਿਲਾਂ ਕੀ ਕੁਛ ਰਹੀਆਂ ਜਦੋਂ ਤੁਸੀਂ ਚੜ੍ਹਾਈ ਕਰ ਰਹੇ ਸੀ ਉਸ ਸਮਾਂ ਕਿਸ ਤਰ੍ਹਾਂ ਦੀ ਮੁਸ਼ਕਿਲਾਂ ਆਈਆਂ ਸਨ? ਬਹੁਤ ਮੁਸ਼ਕਿਲਾਂ ਆਈਆਂ ਨੇ। ਕਦੇ ਕਦੇ ਤੋਂ ਜਿਸੇ ਤੁਸੀਂ ਚੱਲ ਰਹੇ ਨੇ ਤਾਂ ਹੱਥ ਠੰਡੇ ਹੋ ਜਾਂਦੇ ਨੇ, ਪੈਰ ਠੰਡੇ ਹੋ ਜਾਂਦੇ ਨੇ, ਕਈ ਵਾਰ ਕਫ ਹੋ ਜਾਂਦਾ ਨੇ, ਤੁਹਾਨੂੰ ਖਾਂਸੀ ਹੋ ਜਾਂਦੇ ਨੇ, ਔਰ ਕਈ ਵਾਰ ਆਕਸੀਜਨ ਸਿਲੰਡਰ ਕਈ ਵਾਰ ਖਤਮ ਹੋ ਜਾਂਦਾ ਹੈ, ਫਿਰ ਤੁਹਾਨੂੰ ਵਾਪਿਸ ਆਉਣਾ ਪੈਣਾ ਹੈ ਉਸ ਹਾਈਟ 'ਚੋਂ। ਤਾਂ ਫਿਰ ਤੁਹਾਨੂੰ ਬਹੁਤ ਮਤਲਬ ਫਿਟਨੈਸ ਚਾਹੀਦੀ, ਤੁਹਾਡਾ ਲੈਵਲ ਬਹੁਤ ਹਾਈ ਚਾਹੀਦਾ। ਤਾਂ ਇਹੋ ਜਿਹੀ ਮੁਸ਼ਕਿਲਾਂ ਆਉਂਦੀਆਂ ਨੇ। ਫਿਰ ਤੁਹਾਨੂੰ ਕ੍ਰੇਵਾਸ ਕ੍ਰਾਸ ਕਰਨੇ ਨੇ, ਐਵਲਾਂਚ ਤੋਂ ਬਚਣਾ ਹੈ, ਔਰ ਹੈਂਗਿੰਗ ਗਲੇਸ਼ੀਅਰ ਹੈਗੇ ਬਹੁਤ ਸਾਰੇ, ਉਹਨਾਂ ਤੋਂ ਬਚਣਾ ਹੈਗਾ। ਸੇਫਟੀ ਦਾ ਧਿਆਨ ਰੱਖਣਾ ਹੈ, ਤੁਸੀਂ ਖਾਣੇ ਦਾ ਧਿਆਨ ਰੱਖਣਾ ਹੈ, ਆਪਣੇ ਇਕਵਿਪਮੈਂਟ ਦਾ ਧਿਆਨ ਰੱਖਣਾ, ਕਿਉਂਕਿ ਗਲਤੀ ਤੋਂ ਵਾਲਾ ਇਕਵਿਪਮੈਂਟ ਖਰਾਬ ਵੀ ਹੋ ਗਿਆ, ਕ੍ਰੈਂਪਨ ਉਹਦੇ ਲੱਗ ਗਿਆ ਔਰ ਉਹ ਫਟ ਗਿਆ, ਤਾਂ ਉਹਦੇ ਸਿਲਾਣੇ ਲਈ ਕੁਝ ਹੈਗਾ ਨਹੀਂ। ਔਰ ਫਿਰ ਇਕਵਿਪਮੈਂਟ ਇਤਨਾ ਸੌਫਟ ਹੈਗਾ ਕਿ ਸਿਲਾਈ ਤੁਸੀਂ ਸਿਲਾਈ ਵੀ ਦੋਗੇ ਤਾਂ ਵੀ ਫਿਰ ਵੀ ਉਹਨਾਂ ਵਿੱਚ ਨਿਕਲ ਹੀ ਜਾਣਾ ਹੈ ਕੁਝ ਨਾ ਕੁਝ ਉਹਨਾਂ ਨੂੰ ਬਾਹਰ। ਤਾਂ ਮਤਲਬ ਉਸ ਟਾਈਮ ਇਹ ਸਭ ਕੁਝ ਬਹੁਤ ਸਾਰੀ ਪ੍ਰੋਬਲਮ ਆਉਂਦੀ ਨੋਰਮਲੀ। ਕਈ ਵਾਰ ਤੇ ਇਹੋ ਜਿਹਾ ਵੀ ਹੋ ਜਾਂਦਾ ਕਿ ਬਾਡੀ ਵੀ ਸਾਥ ਦੇਣਾ ਛੱਡ ਦਿੰਦੀ ਹੈ, ਬਾਡੀ ਵੀ ਕਹਿੰਦੀ ਹੈ ਬਈ ਨਹੀਂ ਹੁਣ ਵਾਪਸੀ ਕਰ ਲਓ, ਜ਼ਿਆਦਾ ਅੱਗੇ ਨਹੀਂ ਜਾਇਆ ਜਾਵੇ। ਮੈਨੂੰ ਲੱਗਦਾ ਕਿ ਜਦ ਤੁਹਾਡੀ ਬਾਡੀ ਇਹੋ ਜਿਹੇ ਕੁਝ ਜਵਾਬ ਦੇਣ ਲੱਗ ਜਾਵੇ, ਖਾਸ ਕਰ ਦਿਮਾਗ ਇਹੋ ਜਿਹਾ ਬੋਲਣਾ ਸਟਾਰਟ ਕਰ ਦੇਵੇ, ਤਾਂ ਉਸ ਟਾਈਮ ਤੁਹਾਨੂੰ ਆਪਣੀ ਬਾਡੀ ਦੀ ਸੁਣ ਲੈਣੀ ਚਾਹੀਦੀ ਹੈ ਔਰ ਪਿੱਛੇ ਮੁੜ ਜਾਣਾ ਚਾਹੀਦਾ, ਕਿਉਂਕਿ ਪਹਾੜ ਉੱਥੇ ਹੀ ਹੈ। ਤੁਹਾਡੀ ਲਾਈਫ ਬਹੁਤ ਇੰਪੋਰਟੈਂਟ ਹੈ। ਤੁਹਾਡੇ ਨਾਲ ਹੋਇਆ ਕਦੇ ਇਹੋ ਜਿਹਾ ਕਿ ਹਾਂ ਮਾਈਂਡ ਕਹਿ ਰਿਹਾ ਹੋਏ ਕਿ ਨਹੀਂ ਹਜੇ ਥੋੜਾ ਅੱਗੇ ਜਾਇਆ ਜਾਏ ਔਰ ਬੋਡੀ ਕਹਿ ਰਹੀ ਹੋਏ ਕਿ ਨਹੀਂ ਵਾਪਸ ਚਲੋ? 2016 ਵਿੱਚ ਇਹੀ ਹੋਇਆ ਸੀ ਮੇਰੇ ਨਾਲ ਕਿ ਮੇਰਾ ਮਾਈਂਡ ਕਹਿ ਰਿਹਾ ਸੀ ਕਿ ਮੈਨੂੰ ਕਲਾਈੰਬ ਕਰਨਾ ਸੀ, ਪਰ ਮੇਰੀ ਬਾਡੀ ਕਹਿ ਰਹੀ ਸੀ ਕਿ ਤੇਰੇ ਕੋਲ ਆਕਸੀਜਨ ਦੀ ਕਮੀ ਹੈਗੀ, ਤੂੰ ਕਲਾਈੰਬ ਨਹੀਂ ਕਰ ਸਕਦੀ। ਤਾਂ ਫਿਰ ਮੈਂ ਆਪਣੇ ਆਪ ਨੂੰ ਨਹੀਂ ਸੁਣੀ, ਫਿਰ ਮੈਂ ਵਾਪਸ ਮੁੜ ਕੇ ਆ ਗਈ, ਫਿਰ ਦੁਬਾਰਾ ਕੀਤਾ ਹੈ ਐਵਰੈਸਟ ਕਲਾਈੰਬ ਲਾਸਟ ਇਸ ਈਅਰ। ਹੁਣ ਦਾ ਓਵਰਆਲ ਸਫ਼ਰ ਕਿਸ ਤਰ੍ਹਾਂ ਦਾ? ਬਹੁਤ ਅੱਛਾ ਰਹਾ, ਬਹੁਤ ਕੁਝ ਸਿੱਖਣੇ ਲਈ ਮਿਲਾ। ਮੈਨੂੰ ਲੱਗਦਾ ਕਿ ਸਫ਼ਰ ਕੀ ਹੁੰਦਾ ਜਦ ਤੁਸੀਂ ਨਾ ਬਹੁਤ ਬੜਾ ਟਾਰਗੇਟ ਸੈੱਟ ਕਰ ਲੈਂਦੇ ਹੋ, ਤਾਂ ਸਟਾਰਟਿੰਗ ਵਿੱਚ ਹਰ ਵਾਰ ਤੁਹਾਨੂੰ ਸਟਾਰਟਿੰਗ ਮੁਸ਼ਕਿਲ ਹੀ ਮਿਲਾਂਗੀ, ਪਰ ਜੋ ਇਹ ਮੁਸ਼ਕਿਲਾਂ ਦੇ ਵਿੱਚ ਦਾ ਸਫ਼ਰ ਹੈਗਾ, ਮੁਸ਼ਕਿਲਾਂ ਤੋਂ ਲੈ ਕੇ ਸਕਸੈਸ ਦੇ ਵਿੱਚ ਦਾ ਸਫ਼ਰ ਹੈਗਾ, ਇਹ ਇਤਨਾ ਖੂਬਸੂਰਤ ਹੋਣਾ ਕਿ ਤੁਸੀਂ ਨਾ ਲਾਈਫ 'ਚ ਕਦੀ ਵੀ ਅੱਖਾਂ ਬੰਦ ਕਰਕੇ ਤੁਹਾਨੂੰ ਸਭ ਕੁਝ ਯਾਦ ਆ ਜਾਣਾ ਕਿ ਮੈਂ ਇਹ ਵੀ ਕੀਤਾ ਸੀ, ਇਸ ਲਈ ਇਹ ਵੀ ਕੀਤਾ ਸੀ। ਔਰ ਸਭ ਤੋਂ ਅੱਛੀ ਬਾਤ ਹੈ ਜੋ ਤੁਸੀਂ ਖੁਦ ਐਕਸਪੀਰੀਅੰਸ ਕਿਹਾ ਹੈ, ਤੁਸੀਂ ਨਾ ਕਿਸੇ ਹੋਰ ਨੂੰ ਗਾਈਡ ਕਰ ਸਕਦੇ ਨੇ। ਤਾਂ ਇਹ ਬਹੁਤ ਅੱਛੀ ਬਾਤ ਨੇ ਕਿ ਜੋ ਗਲਤੀਆਂ ਮੈਂ ਕੀਤੀਆਂ ਨੇ ਕੋਈ ਹੋਰ ਨਾ ਕਰੇ, ਤਾਂ ਮੈਂ ਉਹਨਾਂ ਨੂੰ ਗਾਈਡ ਕਰ ਸਕਦੀ ਹਾਂ ਕਿ ਦੇਖ ਇਹ ਗਲਤੀਆਂ ਮੈਂ ਕੀਤੀਆਂ ਨੇ, ਤੂੰ ਨਾ ਕਰੇ। ਤਾਂ ਇੱਕ ਸਫ਼ਰ ਯਹੀ ਹੈ, ਤਾਂ ਇਹ ਸਿੱਖਣੇ ਨੇ ਮਿਲਣਾ ਸੀ। ਆਉਣ ਵਾਲੇ ਜਿਹੜੇ ਯੰਗਸਟਰ ਨੇ ਜਿਹੜੇ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਕੋਈ ਸਲਾਹ ਦੇਣਾ ਚਾਹੋਗੇ ਕਿ ਕਿਹੜੀ ਗਲਤੀਆਂ ਉਹ ਨਾ ਕਰਨ ਸ਼ੁਰੂਆਤੀ ਦੌਰ ਦੇ ਵਿੱਚ? ਮੈਂ ਸਲਾਹ ਦੇਣੇ ਵਾਲੀ ਤਾਂ ਕੋਈ ਹੁੰਦੀ ਨਹੀਂ, ਪਰ ਮੈਂ ਉਹਨਾਂ ਨੂੰ ਇੱਕ ਹੀ ਬਾਤ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਜਿਹੜੇ ਵੀ ਸੁਪਨੇ ਵੇਖੇ ਨੇ ਸਭ ਪੂਰੇ ਹੋ ਸਕਦੇ ਨੇ। ਤੁਸੀਂ ਬਸ ਵਿਸ਼ਵਾਸ ਕਰੋ ਆਪਣੀ ਮਿਹਨਤ 'ਤੇ ਔਰ ਲੱਗੇ ਰਹੋ, ਕੁਛ ਵੀ ਹੋ ਜਾਏ। ਮਾਨਾ ਕਿ ਸਟਾਰਟਿੰਗ ਵਿੱਚ ਤੁਹਾਡਾ ਜੋ ਸਫ਼ਰ ਹੋਗਾ ਬਹੁਤ ਮੁਸ਼ਕਿਲ ਹੋਊਗਾ, ਲੋਕ ਤੁਹਾਡੇ ਬਾਅਦ 'ਚ ਬਿਲੀਵ ਨਹੀਂ ਕਰਾਂਗੇ, ਟਰਕਾ ਦੇਵਾਂਗੇ, ਤੁਹਾਨੂੰ ਬਹੁਤ ਦੁੱਖ ਵੀ ਦੇਵਾਂਗੇ, ਪਰ ਕੋਈ ਨਹੀਂ, ਉੱਪਰ ਵਾਲਾ ਸਭ ਕੁਝ ਵੇਖ ਰਿਹਾ ਨੇ। ਤੁਸੀਂ ਜਿਹੜੇ ਵੀ ਆਪਣੇ ਪਰਮਾਤਮਾ ਨੂੰ ਮੰਨਦੇ ਹੋ, ਤੁਸੀਂ ਜਿਹੜੇ ਵੀ ਜਿਨ੍ਹਾਂ ਦੀ ਵੀ ਪੂਜਾ ਕਰਦੇ ਹੋ, ਉਹਨਾਂ ਵਿੱਚ ਤੁਸੀਂ ਵਿਸ਼ਵਾਸ ਬਣਾਏ ਰੱਖੋ, ਉਹ ਤੁਹਾਨੂੰ ਮਤਲਬ ਕਦੀ ਵੀ ਡਿੱਗਣੇ ਨਹੀਂ ਦੇਣਗੇ। ਇੱਕ ਟਾਰਗੇਟ ਅਚੀਵ ਹੋ ਗਿਆ, ਅਗਲਾ ਕੀ ਟਾਰਗੇਟ? ਟਾਰਗੇਟ ਤਾਂ ਬਥੇਰੇ ਨੇ, ਪਰ ਥੋੜੀ ਮਿਹਨਤ ਕਰਨੀ ਬਾਕੀ ਹੈ। ਤਾਂ ਅਸੀਂ ਮਿਹਨਤ ਸਟਾਰਟ ਕਰ ਦਿੱਤੀ ਅੱਜ ਤੋਂ, ਤਾਂ ਵੇਖਦੇ ਹਾਂ ਫਿਰ ਕੀ ਹੁੰਦਾ ਨੇ। ਤਾਂ ਆਟੋ ਵਿੱਚ ਕਲਾਈਂਬ ਕਰਦੇ ਹਾਂ, ਫਿਰ ਕੋਈ ਹੋਰ ਪਿਕ। ਸਰਕਾਰਾਂ ਦਾ ਕੀ ਯੋਗਦਾਨ ਰਿਹਾ ਤੁਹਾਡੇ ਸਫ਼ਰ ਦੀ ਗੱਲ ਕਰੀਏ, ਇਸ ਓਵਰਆਲ ਫੀਲਡ ਦੀ ਗੱਲ ਕਰੀਏ, ਕਿਆ ਸਰਕਾਰ ਇੱਥੇ ਕਿਤੇ ਨਾ ਕਿਤੇ ਇਨਵੈਸਟ ਕਰਨ ਦੇ ਵਿੱਚ ਇੱਛੁਕ ਹੁੰਦੀ ਹੈ? ਕਿਆ ਸਪੋਰਟ ਕਰਨ ਲਈ ਤਿਆਰ ਹੋ ਪਾਉਂਦੀ ਹੈ? देखिए जी, मेरा सफ़र थोड़ा सा डिफरेंट रहा, क्योंकि अगेन इतना अप्रोच और इतना पहुंच नहीं हैगी मेरी, और ना ही इतना कवरेज मिला कि इतनी आवाज़ जा सके। पर मैंने लगता कि अगर आवाज़ जाओगी सरकार तक तो डेफिनेटली वो सपोर्ट करांगे। ਬਿਲਕੁਲ ਆਵਾਜ਼ ਜਾਊਗੀ ਤੇ ਸਰਕਾਰਾਂ ਜਿਹੜੀਆਂ ਨੇ ਉਹ ਸਪੋਰਟ ਕਰਨਗੀਆਂ। ਨਾਲੇ ਇੱਕ ਵੱਡੀ ਗੱਲ ਕੀਤੀ ਹੈ, ਕਹਿੰਦੇ ਜਦੋਂ ਬੰਦਾ ਦੇ ਹੱਥ ਸਫਲਤਾ ਲੱਗ ਜਾਂਦੀ ਹੈ ਨਾ, ਤੇ ਜਦੋਂ ਉਹ ਫੇਲ ਹੁੰਦਾ ਹੈ, ਨਾਕਾਮੀਆਂ ਜਿਹੜੀਆਂ ਰਹਿੰਦੀਆਂ ਨੇ ਜਾਂ ਜਿਹੜੇ ਸਫ਼ਰ ਪੂਰੇ ਨਹੀਂ ਹੁੰਦੇ, ਉਹ ਸਫਲਤਾ
ਉਨ ਸਾਰੇ ਜਿਹੜੇ ਦੁੱਖ ਵੀ ਹੁੰਦੇ ਨੇ, ਉਹ ਵਿਫਲਤਾਵਾਂ ਹੁੰਦੀਆਂ ਨੇ, ਉਹਨਾਂ ਨੂੰ ਭੁਲਾਉਂਦੀ ਹੋਈ ਨਜ਼ਰ ਆਉਂਦੀ ਨੇ। ਬਿਲਕੁਲ ਇੱਕ ਇਹੋ ਜਿਹਾ ਸਕਸੈਸਫੁਲ ਸਫ਼ਰ ਇਹਨਾਂ ਦਾ ਰਿਹਾ। ਅੱਗੇ ਦਾ ਟਾਰਗੇਟ ਵੀ ਮਿੱਥਿਆ ਹੋਇਆ। ਵੇਖਣ ਵਾਲੀ ਗੱਲ ਰਹੇਗੀ ਕਿ ਅੱਗੇ ਦੀ ਅਚੀਵਮੈਂਟ ਜਿਹੜੀ ਹੈ ਉਹ ਕਿਸ ਢੰਗ ਦੀ ਰਹਿਣ ਵਾਲੀ ਹੈ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।